मेरा भरा बहुत दुखदाई घटना हुई है जी। ये मुंडा गुरदीप सिंह ਇਹਦੀ ਮਿਸਜ ਤੇ ਇਹਦੀ ਸੱਸ ਇਹਨੂੰ ਝਾਂਸਾ ਦੇ ਕੇ ਉੱਥੇ ਗੰਡਾ ਖੇੜੀ ਨਹਿਰ 'ਚ ਲੈ ਗਏ। ਉੱਥੇ ਜਾ ਕੇ ਧੱਕਾ ਦਿਆ ਤੇ ਅੱਜ 5 ਦਿਨ ਬਾਅਦ ਬੋਡੀ ਮਿਲੀ ਹੈ। 1 ਸਾਲ ਪਹਿਲਾਂ ਜੀ ਇਹਦੀ ਮਾਂ ਦੀ ਡੈਥ ਹੋਈ। ਉਹਦਾ ਵੀ ਬਹੁਤ ਪਰੇਸ਼ਾਨ ਕਰਦੀ ਸੀ ਪਰਿਵਾਰ। ਇਹ ਬਹੁਤ ਨੂੰਹ ਸੀ ਜਿਹੜੀ ਜੀ ਬਹੁਤ ਪਰੇਸ਼ਾਨ ਕਰਦੀ ਸੀ। ਗੁਰਦੀਪ ਸਿੰਘ ਜਿਹੜਾ ਬੱਚਾ ਸੀ ਜੀ ਬਹੁਤ ਹੀ ਮਿਹਨਤੀ ਬੱਚਾ ਪਰਿਵਾਰ ਸੀ ਜੀ। ਆਪਣਾ ਦਿਹਾੜੀ ਟੁੱਕ ਕਰਦਾ ਸੀ। ਇੱਕ ਬੱਚਾ ਸੀ 4 ਸਾਲ ਦਾ। ਇਹਦੇ ਨਾਲ ਇਹਦੀ ਵਾਈਫ ਸੀ ਜਿਹੜੀ ਪ੍ਰੀਤੀ, ਉਹ ਖੁਸ਼ ਨਹੀਂ ਸੀ। ਉਹਦਾ ਕਿਸੇ ਹੋਰ ਨਾਲ ਰਿਲੇਸ਼ਨ ਸੀ, ਉਹ ਹੋਰ ਨਾਲ ਬੈਠਣਾ ਚਾਹੁੰਦੀ ਸੀ। ਉਹਨਾਂ ਦੀ ਚਾਚੀ ਸੀ ਪ੍ਰੀਤੀ ਦੀ, ਉਹ ਉਹਨਾਂ ਦਾ ਜਮਾਈ ਸੀ, ਉਹਦੇ ਨਾਲ ਬੈਠਣਾ ਚਾਹੁੰਦੀ ਸੀ। ਇਹਨੂੰ 2 ਵਜੇ ਫੋਨ ਕਰਕੇ ਬੁਲਾਇਆ ਤੇ ਇਹਨੂੰ ਝਾਂਸੇ 'ਚ ਲੈ ਕੇ ਨਹਿਰ 'ਚ ਧੱਕਾ ਦੇ ਕੇ ਪਰਿਵਾਰ ਨੂੰ ਇਹਦਾ ਮੂੰਹ ਵੀ ਦੇਖਣਾ ਨਸੀਬ ਨਹੀਂ ਹੋਇਆ। ਪਰਿਵਾਰ ਨੂੰ ਭੈਣ ਦੇ ਭਰਾ ਸਾਰੇ ਰੋਲੇ ਕਰਾ ਰਹੇ ਆ। ਦੇਖ ਲਓ ਤੁਹਾਡੇ ਸਾਹਮਣੇ। 1 दिन 2 दिन पहले पता लग गया कि उसका जीजा है जो वो ज़्यादा ही तंग करने लग गया था भाई को। पता सानू तो जी वो 4-5 दिन पहला कुट के गए थे घर मां। ਸਤਿ ਸ਼੍ਰੀ ਅਕਾਲ ਜੀ, ਮੈਂ ਪ੍ਰਦੀਪ ਧੀਮਾਨ ਤੇ ਤੁਸੀਂ ਦੇਖ ਰਹੇ ਹੋ ਵੌਇਸ ਆਫ ਪੰਜਾਬ ਟੀਵੀ। ਇਸ ਵੇਲੇ ਅਸੀਂ ਰਾਮਪੁਰ ਸੈਣੀਆਂ ਦੇ ਵਿੱਚ ਹਾਂ, ਜਿੱਥੇ ਕਿ ਬੀਤੇ ਦਿਨ ਇੱਕ ਦਰਦਨਾਕ ਘਟਨਾ ਵਾਪਰੀ ਹੈ। ਤੁਹਾਨੂੰ ਦੱਸ ਦਈਏ ਕਿ ਇੱਕ ਨੌਜਵਾਨ ਦੀ ਨਹਿਰ ਦੇ ਵਿੱਚ ਡੁੱਬ ਕੇ ਮੌਤ ਹੋਈ ਹੈ, ਪਰ ਉਸ ਨੂੰ ਨਹਿਰ ਦੇ ਵਿੱਚ ਧੱਕਾ ਕਿਸ ਨੇ ਦਿੱਤਾ? ਧੱਕਾ ਦਿੱਤਾ ਗਿਆ ਉਸ ਦੀ ਆਪਣੀ ਹੀ ਪਤਨੀ ਅਤੇ ਸੱਸ ਵੱਲੋਂ। ਜੀ ਹਾਂ, ਇੱਕ ਵਾਰ ਫਿਰ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਡੇਰਾ ਬਸੀ ਦੇ ਰਾਮਪੁਰ ਸੈਣੀਆਂ ਦੇ ਵਿੱਚ ਇਸ ਵੇਲੇ ਅਸੀਂ ਮੌਜੂਦ ਹਾਂ ਔਰ ਇਸ ਵੇਲੇ ਪਰਿਵਾਰਕ ਮੈਂਬਰ ਅਤੇ ਪਿੰਡ ਦੇ ਮੈਂਬਰ ਪੂਰੀ ਘਟਨਾ ਤੋਂ ਬਾਅਦ ਸ਼ੋਕ ਮਨਾ ਰਹੇ ਨੇ। ਹਾਲੇ ਤੱਕ ਡੈੱਡ ਬੋਡੀ ਜੋ ਹੈ ਉਹ ਪ੍ਰਾਪਤ ਨਹੀਂ ਹੋਈ ਹੈ ਔਰ ਪਰਿਵਾਰ ਵਾਲੇ ਗਏ ਹੋਏ ਨੇ। ਗੱਲਬਾਤ ਕਰਾਂਗੇ ਆਸ-ਪਾਸ ਦੇ ਔਰ ਰਿਸ਼ਤੇਦਾਰਾਂ ਦੇ ਨਾਲ, ਲੋਕਾਂ ਦੇ ਨਾਲ, ਤੇ ਜਾਣਾਂਗੇ ਕਿ ਆਖਰ ਕਿਉਂ ਅਜਿਹੇ ਹਾਲਾਤ ਬਣ ਗਏ ਕਿ ਇਸ ਨੌਜਵਾਨ ਨੂੰ ਆਪਣੀ ਜਾਨ ਗਵਾਉਣੀ ਪਈ। ਸਤਿ ਸ਼੍ਰੀ ਅਕਾਲ ਜੀ। ਇਹ ਜੋ ਘਟਨਾ ਵਾਪਰੀ ਹੈ ਜੀ, ਤੁਸੀਂ ਵੈਸੇ ਰਿਸ਼ਤੇਦਾਰੀ ਚੋਂ? हाँ बस पिंड गए जी, रिश्तेदारी पिंड गए जी। हाँ जी पिंड गए। ਤੇ ਕੀ ਹੈ ਪੂਰੀ ਘਟਨਾ? ਕਿਉਂਕਿ ਜਾਣਕਾਰੀ ਚ ਆਇਆ ਸੀਗਾ ਕਿ ਉਹ ਕਿਸੇ ਨਾਰੀਅਲ ਨੂੰ ਤਾਰਨ ਲਈ ਗਏ ਸੀਗੇ ਆਪਣੇ ਪਰਿਵਾਰ ਦੇ ਨਾਲ। ਔਰ ਨੌਜਵਾਨ ਦਾ ਕੀ ਨਾਂ ਸੀ? ओ जी ना ना क्या था उसका है गुरदीप नाम था उसका। और यहाँ पिंड के बीच में काम कर रहा, दिहाड़ी कर रहा था जी। ठीक है, तो उधर से उनका फोन आया भी, कहा मेरे यहाँ मत्था टकाना है यहाँ। ठीक है, ये मत्था टेकन वहाँ चला गया, मुंडा बुला लिया, वहाँ पहुँच गया। तो छत उन्हें उसके बाद भी मैं मत्था टकान ले गए उसने वहाँ नहर में। मारकंडा खेड़ा नेड़ा खंडा तो गंडी खेड़ा महा ले गए। महा जाकर मैं 1-2 पड्डा का बंदा वहाँ जिमीदार थे वहाँ सी, उन्होंने जिमीदार ने दसिया भी जनानी ने उसनों धक्का देगा गिरिया। ਉਹਨਾਂ ਨੇ ਦੇਖਿਆ? हाँ उन्हें देखा बंदे ने धक्का जिमीदार धक्का दे गए रहा उसने। तो गए वो कहते भी गए 3 बंदे सी ते आए 2 जनानियां ते मुंडा नहीं नाल आया है जी। हाँ, और ਪਿੰਡ ਦੇ ਵਿੱਚ ਕਦੋਂ, ਘਰ ਵਿੱਚ ਕਦੋਂ ਖਬਰ ਆਈ ਹੈ? किने दसिया? ये आई है कोई इधर इन्हें के पास 6-7 बजे खबर आई है। तो उसके बाद उसकी सस 11 साढ़े 10 बजे 11 बजे उसकी सस तो दोनों घर वाली आए बुरा आई है। ਧੱਕਾ ਕਿੰਨੇ ਕ ਵਜੇ ਦਿੱਤਾ ਗਿਆ, ਕੁਝ ਆਈਡੀਆ ਹੈ ਤੁਹਾਨੂੰ? ये कहना जा नहीं 4-4:30 बजे तो है यार। ਸ਼ਾਮ 4-4:30 ਵਜੇ ਦੀ ਗੱਲ। 4-4:30 बजे 7 ਵਜੇ ਪਰਿਵਾਰ ਨੂੰ ਪਤਾ ਲੱਗਾ ਕਿ ਸਾਡਾ ਬੇਟਾ ਹੁਣ ਨਹੀਂ ਹੈ ਜੀ। ਤਾਂ ਤੁਸੀਂ ਵੀ ਪਿੰਡ ਵਾਲੇ ਹੋ ਜੀ? ਤੇ ਕਿੱਦਾਂ ਦਾ ਸੀਗਾ ਜੋ ਨੌਜਵਾਨ ਜਿਹਦੀ ਮੌਤ ਹੋਈ ਹੈ, ਕਿੱਦਾਂ ਦਾ ਸੀਗਾ, ਕਿੱਦਾਂ ਵਿਚਰਦਾ ਸੀ ਪਿੰਡ 'ਚ? मैं तो ठीक था जी, दिहाड़ी करता पिंड में। ਮਿਹਨਤ ਮਜ਼ਦੂਰੀ ਕਰਦਾ? हाँ जी मजदूरी कराता जी। ਜੀ ਜੀ ਬਿਲਕੁਲ। ਹੋਰ ਵੀ ਬਹੁਤ ਸਾਰੇ ਲੋਕ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ, ਜਾਣਾਂਗੇ ਕਿ ਆਖਰ ਪਰਿਵਾਰ ਵਾਲਿਆਂ ਦਾ ਹੁਣ ਕੀ ਕਹਿਣਾ ਹੈ ਇਸ ਪੂਰੇ ਮਾਮਲੇ ਬਾਰੇ। ਤਾਂ ਬਿਲਕੁਲ ਜੀ, ਗੁਰਦੀਪ ਨਾਂ ਦੇ ਮਿਹਨਤਕਸ਼ ਨੌਜਵਾਨ ਦਾ ਕਤਲ ਕੀਤਾ ਗਿਆ ਹੈ ਉਸ ਦੇ ਹੀ ਆਪਣਿਆਂ ਵੱਲੋਂ, ਜਿਨ੍ਹਾਂ ਤੇ ਬਹੁਤ ਜ਼ਿਆਦਾ ਭਰੋਸਾ। ਇੱਕ ਐਸਾ ਰਿਸ਼ਤਾ, ਪਤਨੀ ਦਾ ਰਿਸ਼ਤਾ ਜੋ ਕਿ ਆਪਣੇ ਆਪ ਦੇ ਵਿੱਚ ਬਹੁਤ ਹੀ ਭਰੋਸੇਯੋਗ ਹੁੰਦਾ ਹੈ, ਉਸੇ ਪਤਨੀ ਅਤੇ ਉਸ ਦੀ ਸੱਸ ਵੱਲੋਂ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ। ਮ੍ਰਿਤਕ ਨੌਜਵਾਨ ਦੇ ਪਰਿਵਾਰ ਵਾਲੇ ਇਸ ਵੇਲੇ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ। ਤੁਸੀਂ ਕੀ ਲੱਗਦੇ ਹੋ ਜੀ? ਭੈਣ ਆ ਵੀਰ ਮੈਂ ਇੱਥੇ। ਤੁਸੀਂ ਭੈਣ? ਹਾਂਜੀ। ਤੇ ਪਰਿਵਾਰ ਦਾ ਮਾਹੌਲ ਕਿੱਦਾਂ ਦਾ ਸੀਗਾ? ਮਾਹੌਲ ਤਾਂ ਠੀਕ। ਭਰਾ ਤੁਹਾਡਾ ਕਿੱਦਾਂ ਦਾ ਸੀ? ਭਰਾ ਮੇਰਾ ਠੀਕ ਤਾਂ ਵੀਰ,
ਤੇ ਕਿਸੇ ਗੱਲ ਕੋਲੋਂ ਕਲੇਸ਼ ਰਹਿੰਦਾ ਸੀ? हाँ जी जीजे पीछे कड़े से रखे करा थी वीर को करवा का मेरा पर आ गया। जा 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 ਇਹ ਜੋ ਹੈ ਉਸਨੂੰ ਪਿੰਡ ਲਿਆਇਆ ਗਿਆ ਹੈ ਰਾਮਪੁਰ ਸੈਣੀਆਂ ਦੇ ਵਿੱਚ ਤੇ ਉਸਦੇ ਪਰਿਵਾਰ ਵਾਲੇ ਦੁਰਲਾਭ ਕਰ ਰਹੇ ਨੇ। ਇਸ ਵਕਤ ਰਾਮਪੁਰ ਸੈਣੀਆਂ ਦੇ ਵਿੱਚ ਮਾਹੌਲ ਬੇहद ਗੰਭੀਰ ਹੈ ਕਿਉਂਕਿ ਇੱਕ ਕਤਲ ਹੋਇਆ ਤਾਂ ਪਰਿਵਾਰ ਵਾਲੇ ਦੱਸ ਰਹੇ ਸੀ ਕਿ ਸਾਡੀ ਗੱਲਬਾਤ ਹੋਈ। ਉਸੇ ਦੌਰਾਨ ਜੋ ਡੈਡ ਬੋਡੀ ਹੈ ਉਹ ਪਹੁੰਚੀ ਹੈ ਤੇ ਉਸ ਤੋਂ ਬਾਅਦ ਪਰਿਵਾਰ ਵਾਲੇ ਖੁਦ ਨੂੰ ਸੰਭਾਲ ਨਹੀਂ ਪਾਏ ਔਰ ਜੋ ਫਿਲਹਾਲ ਅੱਗੇ ਜਾ ਰਹੇ ਨੇ ਡੈਡ ਬੋਡੀ ਦੇ ਪਿੱਛੇ ਪੂਰਾ ਪਰਿਵਾਰ ਜਾ ਰਿਹਾ ਹੈ। ਇਹ ਇੱਕ ਪ੍ਰਕਾਰ ਦੇ ਨਾਲ ਜੀਜਾ ਸਾਡਾ ਜੋ ਜੀਜਾ ਹੈ ਉਸਦੇ ਪਿੱਛੇ ਚੱਲ ਰਿਹਾ ਸੀ ਔਰ ਜਿੱਦਾਂ ਕਿ ਸਾਨੂੰ ਪਿੰਡ ਦੇ ਵਿਅਕਤੀਆਂ ਨੇ ਦੱਸਿਆ ਕਿ ਨਾਰੀਅਲ ਦਾ ਤਕਰੀਬਨ 4 ਵਜੇ ਉਹ ਪਹੁੰਚਦੇ ਨੇ ਤੇ ਗੰਡਾ ਖੇੜੀ ਨਹਿਰ ਤੇ ਔਰ ਜਿਸ ਤੋਂ ਬਾਅਦ ਉਸ ਨੂੰ ਜਾਂਦਾ ਤੇ ਆਸੇ-ਪਾਸੇ ਦੀ ਇਹ ਚੀਜ਼ ਨੋਟਿਸ ਕੀਤੀ ਗਈ ਸੀ ਕਿ ਵਿਅਕਤੀ ਜੋ ਸੀ ਉਹ ਨਾਲ ਗਿਆ ਸੀ ਔਰ ਜਦੋਂ ਵਾਪਸੀ ਹੁੰਦੀ ਹੈ ਤਾਂ ਉਹ ਵਿਅਕਤੀ ਨਾਲ ਨਹੀਂ ਹੁੰਦਾ, ਜਿਸ ਤੋਂ ਬਾਅਦ ਉਹਨਾਂ ਨੂੰ ਸ਼ੱਕ ਹੋਇਆ। 7 ਵਜੇ ਪਿੰਡ ਦੇ ਵਿੱਚ ਇਹ ਖਬਰ ਪਹੁੰਚਦੀ ਹੈ ਕਿ ਪਿੰਡ ਦਾ ਇੱਕ ਨੌਜਵਾਨ ਜੋ ਹੈ ਉਹ ਗੰਡਾ ਖੇੜੀ ਨਹਿਰ ਦੇ ਵਿੱਚ ਡੁੱਬ ਗਿਆ ਹੈ, ਜਿਸ ਤੋਂ ਬਾਅਦ ਸ਼ੱਕ ਦੀ ਸਥਿਤੀ ਪੈਦਾ ਹੁੰਦੀ ਹੈ ਤੇ ਔਰ ਪੁਲਿਸ ਤੱਕ ਮਾਮਲਾ ਪਹੁੰਚਦਾ ਹੈ ਤੇ ਜੋ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਹੋਰ ਜਾਣਕਾਰੀ ਲਈ ਪਰਿਵਾਰ ਨਾਲ ਵੀ ਗੱਲਬਾਤ ਕਰਾਂਗੇ। ਫਿਲਹਾਲ ਮਾਹੌਲ ਜੋ ਹੈ ਬੇहद ਗਮਗੀਨ ਹੈ। ਤਾਂ ਇਹ ਡੇਰਾ ਬੱਸੀ ਹਲਕੇ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਹੈ। ਰਾਮਪੁਰ ਸੈਣੀਆਂ ਇਹ ਪਿੰਡ ਹੈ ਜਿੱਥੇ ਕਿ ਪੂਰੀ ਘਟਨਾ ਵਾਪਰੀ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਦੀਆਂ ਔਰਤਾਂ ਪਿੰਡ ਦੇ ਨੌਜਵਾਨ ਵਰਲਾਪ ਕਰ ਰਹੇ ਨੇ ਉਸ ਵਿਛੜੀ ਰੂਹ ਲਈ, ਜਿਸ ਦਾ ਕਿ ਕੋਈ ਕਸੂਰ ਨਹੀਂ ਸੀ, ਜਿਸ ਦੀ ਜਾਨ ਬਚ ਸਕਦੀ ਸੀ ਜੇਕਰ ਗੱਲ ਕੀਤੀ ਜਾਂਦੀ, ਜੇਕਰ ਗੱਲਬਾਤ ਦੇ ਜ਼ਰੀਏ ਜੋ ਮਾਮਲਾ ਸੀ, ਜੋ ਕਲੇਸ਼ ਸੀ, ਉਸ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ। ਪਰ ਉਸ ਨਿਰਦੋਸ਼ ਨੇ ਆਪਣੀ ਜਾਨ ਗਵਾਈ ਔਰ ਅੱਜ ਉਸ ਦਾ ਪਰਿਵਾਰ ਵੀ ਉਸ ਦੇ ਜਾਣ ਕਰਕੇ ਵਿਰਲਾਪ ਕਰ ਰਿਹਾ ਹੈ। ਤਾਂ ਬਿਲਕੁਲ ਇਸ ਵੇਲੇ ਅਸੀਂ ਰਾਮਪੁਰ ਸੈਣੀਆਂ ਦੇ ਵਿੱਚ ਖੜੇ ਹਾਂ ਜਿੱਥੇ ਕਿ ਗੁਰਦੀਪ ਸਿੰਘ ਜੋ ਨੌਜਵਾਨ ਨੂੰ ਉਸ ਦੀ ਹੀ ਪਤਨੀ ਅਤੇ ਸੱਸ ਵੱਲੋਂ ਨਹਿਰ ਦੇ ਵਿੱਚ ਧੱਕਾ ਦੇ ਦਿੱਤਾ ਗਿਆ, ਉਸ ਦੇ ਜੋ ਅੰਤਿਮ ਰਸਮਾਂ ਜੋ ਹੈ ਉਹਨਾਂ ਨੂੰ ਨਿਭਾਇਆ ਗਿਆ ਹੈ ਤੇ ਫਿਲਹਾਲ ਜੋ ਪਿੰਡ ਦੇ ਸਰਪੰਚ ਔਰ ਮੌਤਪੁਰ ਲੋਕ ਨੇ ਉਹ ਇੱਥੇ ਪਹੁੰਚੇ ਹੋਏ ਨੇ। ਸਰਪੰਚ ਸਾਹਿਬ, ਇਹ ਜੋ ਪੂਰੀ ਘਟਨਾ ਵਾਪਰੀ ਆ ਕੀ ਕਹੋਗੇ? ਪੂਰਾ ਪਿੰਡ ਅੱਜ ਇੱਥੇ ਬਹੁਤ ਦੁਖਦਾਈ ਘਟਨਾ ਹੋਈ ਹੈ ਜੀ। ਇਹ ਮੁੰਡਾ ਗੁਰਦੀਪ ਸਿੰਘ, ਇਹਦੀ ਮਿਸਜ ਤੇ ਇਹਦੀ ਸੱਸ ਇਹਨੂੰ ਝਾਂਸਾ ਦੇ ਕੇ ਉੱਥੇ ਗੰਡਾ ਖੇੜੀ ਨਹਿਰ 'ਤੇ ਲੈ ਗਏ, ਉੱਥੇ ਜਾ ਕੇ ਧੱਕਾ ਦਿਆ ਤੇ ਅੱਜ 5 ਦਿਨ ਬਾਅਦ ਬੋਡੀ ਮਿਲੀ ਹੈ। ਤੇ ਮੇਰਾ ਤੇ ਪੁਲਿਸ ਪ੍ਰਸ਼ਾਸਨ ਨੂੰ यही कहना कि इन्होंने सख्त तो सख्त सजा दी जाए। सरपंच साहब, जो पूरा वाकया हुआ है 4-5 दिन बाद डेड बॉडी मिली है, हाँ जी, इस पूरे वाकये में प्रशासन की ओर से किस तरह की मदद आपको मिली? बढ़िया मदद मिली है जी, बहुत ज़्यादा प्रशासन ने हाँ जी मदद की है जी, बहुत ज़्यादा पुलिस की ओर से हाँ जी बहुत बढ़िया कार्रवाई, हाँ जी कार्रवाई करी, हाँ जी कार्रवाई करी है जी पुलिस ने, हाँ जी। सरपंच साहब, पता कदों लगा कि पत्नी का ही
ਪਤਾ ਤੇ ਸਾਨੂੰ ਉਸੇ ਦਿਨ ਲੱਗ ਗਿਆ ਸੀ। ਹਾਂਜੀ, ਇੱਥੇ ਫੋਨ ਨਹੀਂ ਕਰਿਆ ਉਹਨੇ ਇਹ ਮੁੰਡੇ ਦੀ ਸਿਸਟਰ ਨੂੰ ਫੋਨ ਕਰਿਆ, ਆਪਣੀ ਨਣਦ ਨੂੰ ਫੋਨ ਕਰਿਆ, ਕਿਸੇ ਤੋਂ ਕਰਾਇਆ ਤੇ ਫਿਰ ਸਾਨੂੰ ਫੋਨ ਨਹੀਂ ਆਇਆ ਤੇ ਸਾਨੂੰ ਉੱਥੋਂ ਫੋਨ ਆਇਆ, ਸਾਡੀ ਮਤਲਬ ਇਹ ਮੁੰਡੇ ਦੀ ਸਿਸਟਰ ਆ ਨਾ ਜਿੱਥੇ ਵਿਆਹੀ ਹੋਈ, ਉਹਦਾ ਫੋਨ ਆਇਆ ਇੱਥੇ ਕਿ ਇਸ ਤਰ੍ਹਾਂ ਗੱਲ ਹੋ ਗਈ ਤੇ ਉਹਨੇ ਫੋਨ ਨਹੀਂ ਕਰਿਆ। ਤੇ ਜਦੋਂ ਫੋਨ ਉਹਨੂੰ ਪੁੱਛਿਆ ਅਸੀਂ, ਉਹ ਆਈ ਮੈਸੇਜ ਦੀ, ਉਹ ਕਹਿੰਦੀ ਵੀ ਮੈਂ ਤੇ ਮੱਥਾ ਟਿਕਾਉਣ ਲੈ ਗਏ ਸੀ, ਇਹ ਪੈਰ ਤੇ ਲੱਗੇ ਨਹੀਂ ਗਏ, ਮੈਂ ਇਕੱਲੀ ਸੀ ਤੇ ਜਦ ਕਿ ਉਹਦੀ ਮਾਂ ਵੀ ਨਾਲ ਸੀ। ਹਾਂਜੀ, ਤੇ ਫਿਰ ਸਾਨੂੰ ਸ਼ੱਕ ਹੋਇਆ तो मान भी गए। तो उसी वक्त पुलिस को बुला लिया गया था, उसी वक्त उनको पकड़ा दिया था पुलिस ने? नहीं, अगले दिन जी, अगले दिन। हाँ जी। जैसे कहा जा रहा है कि गुरदीप की माता जी का भी अभी मौत हुई थी 3-4 महीने पहले, तो क्या उसमें भी इनका कोई हाथ है? उसमें जंतर मंतर लेते थे बनवा हाँ जी। एक साल पहले जी, 1 ਸਾਲ ਪਹਿਲਾਂ ਜੀ ਇਹਦੀ ਮਾਂ ਦੀ ਡੈਥ ਹੋਈ, ਉਹਦਾ ਵੀ ਬਹੁਤ ਪਰੇਸ਼ਾਨ ਕਰਦੀ ਸੀ ਪਰਿਵਾਰ, ਇਹ ਬਹੁਤ ਨੂੰਹ ਸੀ ਜਿਹੜੀ ਜੀ ਬਹੁਤ ਪਰੇਸ਼ਾਨ ਕਰਦੀ ਸੀ। ਇਹ ਬੱਚਾ ਸੀ ਜਿਹੜਾ ਜੀ ਗੁਰਦੀਪ ਸਿੰਘ, ਇੱਕ ਮਿੰਟ ਜੀ, ਗੁਰਦੀਪ ਸਿੰਘ ਜਿਹੜਾ ਬੱਚਾ ਸੀ ਜੀ ਬਹੁਤ ਹੀ ਮਿਹਨਤੀ ਬੱਚਾ ਪਰਿਵਾਰ ਸੀ ਜੀ, ਆਪਣਾ ਦਿਹਾੜੀ ਟੁੱਕ ਕਰਦਾ ਸੀ, ਇੱਕ ਬੱਚਾ ਸੀ 4 ਸਾਲ ਦਾ, ਆਪਣੇ ਪਰਿਵਾਰ 'ਚ ਖੁਸ਼ ਸੀ। ਪਰ ਇਹਦੇ ਨਾਲ ਇਹਦੀ ਵਾਈਫ ਸੀ ਜਿਹੜੀ ਪ੍ਰੀਤੀ, ਉਹ ਖੁਸ਼ ਨਹੀਂ ਸੀ, ਉਹਦਾ ਕਿਸੇ ਹੋਰ ਨਾਲ ਰਿਲੇਸ਼ਨ ਸੀ, ਉਹ ਹੋਰ ਨਾਲ ਬੈਠਣਾ ਚਾਹੁੰਦੀ ਸੀ। ਤਾਂ ਜਿਹੜੇ ਇੱਕ ਉਹਨਾਂ ਦੀ ਚਾਚੀ ਸੀ ਪ੍ਰੀਤੀ ਦੀ, ਉਹ ਉਹਨਾਂ ਦਾ ਜਮਾਈ ਸੀ, ਉਹਦੇ ਨਾਲ ਬੈਠਣਾ ਚਾਹੁੰਦੀ ਸੀ। ਤਾਂ ਇਹਨੂੰ ਝਾਂਸਾ ਦੇ ਕੇ ਘਰ ਤੋਂ ਤਕਰੀਬਨ 19 ਤਰੀਕ ਨੂੰ ਇਹ ਆਪਣੀ ਦਿਹਾੜੀ ਸੀ ਜੀ, ਇਹਨੂੰ 2 ਵਜੇ ਫੋਨ ਕਰਕੇ ਬੁਲਾਇਆ ਤੇ ਇਹਨੂੰ ਝਾਂਸੇ 'ਚ ਲੈ ਕੇ ਉੱਥੇ ਨਹਿਰ ਦੇ ਕਿਨਾਰੇ ਲੈ ਗਏ। ਕਹਿੰਦੇ ਆਪਾਂ ਨੇ ਕਿਸੇ ਬਾਬੇ ਕੋਲ ਜਾਣਾ ਹੈ ਤੇ ਪਰਿਵਾਰ 'ਚ ਜਿਹੜਾ ਕਲੇਸ਼ ਰਹਿੰਦਾ ਉਹਨੂੰ ਦੂਰ ਕਰਨਾ ਹੈ। ਤਾਂ ਇਹਦੀ ਸੱਸ ਤੇ ਪ੍ਰੀਤੀ ਵਾਈਫ ਹੈ ਜਿਹੜੀ, ਇਹਨੂੰ ਝਾਂਸਾ ਦੇ ਕੇ ਉੱਥੇ ਲੈ ਕੇ ਨਹਿਰ ਦੇ ਕਿਨਾਰੇ ਤੇ ਇਹਨੂੰ ਜਿਸ ਟਾਈਮ ਕਹਿੰਦੇ ਨਹਾ ਲਓ, ਦੂਜੇ ਕੱਪੜੇ ਪਾ ਲਓ, ਤਾਂ ਉਹਦੇ ਬਹਾਨਾ ਸਰ ਇਹਨੂੰ ਨਹਿਰ 'ਚ ਧੱਕਾ ਦੇ ਕੇ ਇਹ ਬਹੁਤ ਹੀ ਦੁਖਦਾਈ ਖਬਰ ਮਿਲੀ ਹੈ ਜਿਹੜੀ ਮੌਤ ਹੋ ਗਈ। ਅੱਜ ਦੇਖੋ ਪਰਿਵਾਰ ਨੂੰ ਇਹਦਾ ਮੂੰਹ ਵੀ ਦੇਖਣਾ ਨਸੀਬ ਨਹੀਂ ਹੋਇਆ, ਪਰਿਵਾਰ ਨੂੰ ਭੈਣ ਦੇ ਭਰਾ ਸਾਰੇ ਰੋਲੇ ਕਰਾ ਰਹੇ ਆ, ਦੇਖ ਲਓ ਤੁਹਾਡੇ ਸਾਹਮਣੇ, ਪਰਿਵਾਰ ਨੂੰ ਮੂੰਹ ਦੇਖਣਾ ਵੀ ਨਸੀਬ ਨਹੀਂ ਹੋਇਆ। ਤਾਂ ਸਾਡੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਇਸ ਪਰਿਵਾਰ ਨੂੰ ਪੂਰਾ ਇਨਸਾਫ ਮਿਲੇ ਤੇ ਜਿਹੜੇ ਮੁਜਰਮ ਹੈ ਉਹਨਾਂ ਨੂੰ ਸਖਤ ਤੇ ਸਖਤ ਉਹਨਾਂ ਤੇ ਕਾਰਵਾਈ ਹੋਵੇ ਤੇ ਉਹਨਾਂ ਨੂੰ ਸਜ਼ਾ ਮਿਲੇ। ਘਰ 'ਚ ਹੁਣ ਕਿੰਨੇ ਮੈਂਬਰ ਰਹਿ ਗਏ ਜੀ? ਘਰ 'ਚ ਦੇਖੋ ਜੀ ਇੱਕ ਭਰਾ ਹੈ ਜੀ ਵੱਡਾ, ਉਹਨਾਂ ਦੀ ਵੀ ਆਪਣੀ ਫੈਮਿਲੀ ਹੈ, ਗਰੀਬ ਪਰਿਵਾਰ ਹੈ ਜੀ। ਦੇਖੋ ਦਿਹਾੜੀ ਟੁੱਕ ਕਰਦੇ ਆ, ਇਹਨਾਂ ਦਾ ਪਿਤਾ ਹੈ ਜੀ ਉਹ ਵੀ ਦਿਹਾੜੀ ਟੁੱਕ ਕਰਦੇ ਆ। ਇੱਕ ਸਾਲ ਪਹਿਲਾਂ ਇਹਨਾਂ ਦੀ ਮਾਂ ਦੀ ਡੈਥ ਹੋ ਗਈ। ਮਾਂ ਨੇ ਬੜੇ ਹੀ ਇਹਨਾਂ ਨੂੰ ਮਿਹਨਤ ਕਰਕੇ ਜੀ, ਪਿਤਾ ਨੇ ਮਾਂ ਇਹਦੀ ਜੀ ਝਾੜੂ ਪੋਚਾ ਕਰਨਾ ਘਰਾਂ 'ਚ ਜਾ ਕੇ, ਬੱਚੇ ਬੜੇ ਹੀ ਮਜਬੂਰੀ 'ਚ ਪਾਲੇ ਆ ਜੀ। ਪਰ ਅੱਜ ਇਹ ਦਿਨ ਦੇਖਣਾ ਪੈ ਰਿਹਾ ਇਹਦੇ ਪਿਤਾ ਨੂੰ, ਪਿਤਾ ਦਾ रो रो के बुरा हाल है। कभी प्रीति को जैसे वो चाहती थी अपने जीजा के साथ रहना चाहती थी, तो क्या सामाजिक तौर पर पारिवारिक तौर पर कभी बैठकर वो अलग होना चाहा उसने? देखो जी ਐਵੇਂ ਉਹਨੇ ਕੁਛ ਨਹੀਂ ਕਿਹਾ, ਉਹਨੇ ਬਾਹਰ ਜਾਣਾ ਹੈ। ਇਹ ਜਿਹੜਾ ਗੁਰਦੀਪ ਸੀ ਇਹਨਾਂ ਤੋਂ ਦੇਖੋ ਟੱਚ ਫੋਨ ਵੀ ਚਲਾਉਣਾ ਨਹੀਂ ਆਉਂਦਾ ਸੀ, ਇਹਦੇ ਕੋਲ ਸਿੰਪਲ ਫੋਨ ਸੀ। ਜਿਹੜੀ ਪ੍ਰੀਤੀ ਸੀ ਉਹ ਬਹੁਤ ਚਲਾਕ ਸੀ ਜੀ, ਉਹਦੇ ਕੋਲ ਆਪਣਾ ਟੱਚ ਫੋਨ ਸੀ। ਤਾਂ ਉਹਨਾਂ ਨੇ ਬਾਹਰ ਜਾਣਾ ਹਰ ਰੋਜ਼, ਸ਼ਾਇਦ ਇੱਥੇ ਕਿਤੇ ਜਿਰਕਪੁਰ ਜਾਣਾ, ਕਿਤੇ ਘੁੰਮਣ ਜਾਣਾ, ਤਾਂ ਉਹਦੇ ਨਾਲ ਬਾਹਰ ਘੁੰਮਣਾ, ਸਾਜ਼ਿਸ਼ ਬਣਾਈ। ਤਾਂ ਸਾਜ਼ਿਸ਼ ਬਣਾ ਕੇ ਉਹਨੂੰ ਅਜੇ ਇੰਜਾਮ ਸਾਨੂੰ ਭੁਗਤਣਾ ਪੈ ਰਿਹਾ ਪਰਿਵਾਰ ਨੂੰ। वीर जी, जो माता जी की अभी हाल ही में बता रहे 3-4 महीने पहले मौत हुई थी, क्या उसमें भी प्रीति का हाथ है? ਬਿਲਕੁਲ ਹੱਥ ਹੈ ਜੀ। ਤੰਗ ਪਰੇਸ਼ਾਨ ਕਰਨਾ ਮਾਂ ਨੂੰ, ਮੈਂਟਲੀ ਡਿਸਟਰਬ ਕਰਤਾ ਜੀ। जी ਮਾਂ ਨੂੰ ਬੜਾ ਹੀ ਤੰਗ ਪਰੇਸ਼ਾਨ ਕੀਤਾ ਜੀ, ਦਿਮਾਗੀ ਉਹਨੂੰ ਰੋਟੀ ਪਾਣੀ ਨਹੀਂ ਦੇਣਾ ਟਾਈਮ ਸਿਰ, ਉਹਨਾਂ ਨੇ ਟੈਨਸ਼ਨ ਹੋਈ ਜੀ ਬਹੁਤ। ਤਾਂ ਅੱਜ ਪਰਿਵਾਰ ਨੂੰ ਇਹ ਦਿਨ ਦੇਖਣਾ ਪੈ ਰਿਹਾ। ਦੇਖੋ ਕਿ ਕੁੱਟਮਾਰ ਵੀ ਕੀਤੀ ਗਈ। ਹਾਂ ਜੀ, ਦੇਖੋ ਉਹਦੇ ਸਹੁਰਾ ਪਰਿਵਾਰ ਆਂਦਾ ਸੀ ਜਦ ਵੀ ਇਹ ਮੁੰਡਾ ਗੁਰਦੀਪ ਸਿੰਘ ਸੀ ਜਿਹੜਾ ਜੀ, ਨਾਂ ਇਹਦਾ ਟਿੰਚੂ ਉਰਫ, ਇਹ ਜਦ ਵੀ ਆਪਣੇ ਸਹੁਰਾ ਪਰਿਵਾਰ ਨੂੰ ਫੋਨ ਕਰਦਾ ਸੀ, ਪਾਪਾ ਜੀ ਮੇਰੇ ਨਾਲ ਪਰਿਵਾਰ ਐਵੇਂ ਕਰ ਰਿਹਾ ਵੀ ਇਹ ਪ੍ਰੀਤੀ ਹੈ ਜਿਹੜੀ ਦੀ ਵਾਈਫ ਐਵੇਂ ਕਰ ਰਹੀ ਹੈ। ਤਾਂ ਜੀ ਉਲਟਾ ਹੀ ਇਹਦਾ ਪਰਿਵਾਰ ਆਣ ਕੇ ਉਹਦਾ ਪ੍ਰੀਤੀ ਦਾ ਘਰ ਦੇ ਪਿਓ ਤੇ ਚਾਚੀ ਪਰਿਵਾਰ ਉਹਨਾਂ ਆਣ ਕੇ ਇਹਦੀ ਕੁੱਟਮਾਰ ਕਰਨੀ ਆ ਕੇ ਜੀ, ਉਲਟਾ ਹੀ ਕੁੱਟਮਾਰ ਕੇ ਜਾਂਦੇ ਸੀ ਜੀ। क्या कहना चाहेंगे? अभी हाल ही में मार पिटाई की गई थी। हाँ जी, हफ्ता पहला मार कुट के गए थे उसकी चाची ते उसका चाचा। तो उस टाइम कोई परिवार वाले जी पता क्या था जी, मतलब कि भी घर आए ने असी तो इस चक्कर में रात 12:30 बजे की गल है। 12:30 बजे कोई अपने परिवार अपने घर के विच कोई अजकल आपको पता ही है निकलना नहीं चाहता है, तो घर के मैंबर सो रहे जी। 12:30 बजे की गल है, तो उन्होंने इसकी मार कुट करी है। तो मार कुट करके उन्हें धक्का मार के नाली में भी सिट्या। तो उसका प्रीति का जोड़ा चाचा है वो कि हुणे प्राण कट के जाएंगे, तो नहीं हुणे होगा तो असी बाद में कर देना। तो उन्होंने
कर दिया जी। ਤੇ ਮਾਮਲਾ ਪੰਚਾਇਤ ਕੋਲੇ ਨਹੀਂ ਆਇਆ ਜਾਂ ਫਿਰ नहीं जी नहीं, पंचायत का तो कोई उसके अंदर आने की संभावना ही नहीं छड़ी उन्होंने पूरे दे चक बुलाया मुंडा, बुला के उन्होंने नहर ते जाके धक्का दे दिया। जो आप लोगों ने पर्चा दिया उसमें किस किस का नाम दिया है? उन्हीं का नाम है जी। किसका? प्रीति का है? प्रीति का है, प्रीति की माँ का है, उसके चाचे का है, जी। उसकी चाची का है। जी एक स्कूटरी जिसकी मांग का ले गई थी, जी। उसका नाम है जी। स्कूटर वाला आपके गांव से है? नहीं जी, उसी के गांव से उसी के गांव है, से। उसी के गांव से है। मांग के ले आई थी वो, उसके नाल मतलब कम करती थी प्रीति के नाल। तो पुलिस ने अभी कितने लोगों को पकड़ा? हमें शक है वो जो एक्टिवा वाला है वो उस समय साथ था, क्योंकि परा से वापसी में एक्टिवा लेके आनी थी, वो एक्टिवा वाला साथ था। ਜਿਹੜੀ तो अभी ਐਕਟਿਵਾ ਜੀ कितने लोगों को पकड़ा है पुलिस? अभी 2 लोगों को पकड़ा है, वो प्रीति और उसकी मम्मी। तो अभी ਸਰਪੰਚ क्या ਸਾਹਿਬ ਜਿਵੇਂ ਕਿ ਜੀਜੇ ਦਾ ਨਾਮ ਵਿੱਚ ਆ ਰਿਹਾ ਹੈ हाँ जी, हाँ ਉਹਦਾ जी। ਨਾਮ ਨਹੀਂ ਪਾਇਆ ਹੈਗਾ FIR वो तो पुलिस प्रशासन देखेगा ना। हाँ जी, उनसे कहेंगे पुलिस हाँ से? जी, ਅਸੀਂ ਤੇ ਕਿਹਾ सब कुछ कह दिया ਅਸੀਂ। जी जी। हाँ जी। उम्मीद है पुलिस दूर हाँ जी, हाँ जी, करेगी जी, ਦੇਖੋ करेगी 7 जी। ਵਜੇ ਸਾਡੇ ਕੋਲ ਫੋਨ ਆਇਆ ਜੀ, ਉਹਨੇ ਪ੍ਰੀਤੀ ਨੇ ਕੀਤਾ ਹੈ ਜੀ ਵੀ ਐਵੇਂ ਨਹਿਰ 'ਚ ਗਿਰ ਗਿਆ ਜੀ, ਪੈਰ ਫਿਸਲ ਗਿਆ। ਪਹਿਲਾਂ ਹੀ ਬਿਆਨ ਦਿੱਤੇ ਉਹਨੇ ਪ੍ਰੀਤੀ ਨੇ, ਤਾਂ ਜੀ ਫਿਰ ਬਿਆਨ ਦੇਣ ਤੋਂ ਬਾਅਦ ਉਹ ਨਹੀਂ ਆਈ ਜੀ ਇੱਥੇ 11 ਕੁ ਵਜੇ। ਇੱਥੇ ਉਹਦੀ ਸੱਸ ਤੇ ਪ੍ਰੀਤੀ 11 ਕੁ ਵਜੇ ਪਹੁੰਚ ਗਏ ਜੀ। ਮਾਂ ਪਹੁੰਚੇ ਤਾਂ ਜੀ ਦੇਖੋ ਇਕੱਲੇ ਆਏ, ਪਰਿਵਾਰ 'ਚ ਕੋਈ ਨਹੀਂ ਆਇਆ, ਉਹਦਾ ਪਿਓ ਨਹੀਂ ਆਇਆ, ਕੋਈ ਭਰਾ ਨਹੀਂ ਆਇਆ, ਚਾਚਾ ਨਹੀਂ ਆਇਆ। ਹੁਣ ਤੱਕ ਦੇਖੋ ਪਰਿਵਾਰ ਦੇ ਕੋਈ ਦੁੱਖ ਦੀ ਘੜੀ 'ਚ ਨਹੀਂ, ਕੋਈ ਦੁੱਖ ਦੀ ਘੜੀ 'ਚ ਨਹੀਂ ਆਇਆ। ਦੇਖੋ ਤੁਸੀਂ ਦੇਖ ਸਕਦੇ ਹੋ ਜੀ ਪੂਰੇ ਹਲਕੇ 'ਚ, ਪੂਰੇ ਪਰਿਵਾਰ 'ਚ ਦੁੱਖ ਦੀ ਘੜੀ 'ਚ ਕਿੰਨਾ शोक है जी। मम्मी ना डैडी कोई ਤਾਂ ਸਾਡੇ ਨਾਲ ਬੜਾ ਹੀ बड़ा परिवार के अंदर से जवाई बिछड़ जा, क्या वो अपने जवाई के संस्कार के ऊपर आ नहीं सकते? नहीं आए। ਅੱਜ ਦੇਖੋ ਪੂਰਾ ਪਿੰਡ ਖੜਿਆ ਜੀ ਨਾਲ, ਪੂਰੇ ਹਲਕੇ 'ਚ शोक है जी। ਇੰਨਾ ਬੜਾ ਦੇਖੋ ਜੁਰਮ ਕੀਤਾ ਉਹਨਾਂ ਨੇ। 5-6 दिन बाद लाश आपके मिली। भाई हैं जो गुरदीप के भाई हैं, इस दुख की घड़ी में ਤਾਂ ਮ੍ਰਿਤਕ ਨੌਜਵਾਨ ਦੇ ਭਰਾ ਜੋ ਨੇ ਉਹ ਇੱਥੇ ਪਹੁੰਚ ਚੁੱਕੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। तो दर्द की घड़ी है, हम आपके दर्द को समझ सकते हैं, दर्द में आपके साथ भी खड़े हैं। क्या कहना चाहेंगे इस पूरी घटना में? सर मैं देख रहा हूँ संदीप, मैं घर रहता था 5-4 दिन में लिए मैं चला गया था, तो मेरे को ना 1-2 दिन पहले पता लग गया कि उसका जीजा है जो वो ज़्यादा ही तंग करने लग गया था भाई को, उसके साथ उसका चक्कर था कुछ। तो मैं उसको वो कई दिनों देखता रहा, मैं घर में लड़ते थे आपस में, उसके जीजे चक्कर कई बार फ़ोन भी पकड़ा, उसके घर के आए थे, उसे घर के पहले उसको प्रीति को चाड़ बाड़ करके उसको थप्पड़ मार के गए थे भी तू गलत मत चल। वो नहीं मनी सर, उन्होंने आके पहले मैं कहा भी नहीं कह रहे कोई ना ਆਪਾਂ देख लेंदे हैं उन्होंने, उन्होंने फिर कुछ नहीं करा, आके उन्होंने रात को कह कुट छित के गए, मार के गए ने। मैं तो है तो उस तो टाइम उस वक्त भी आप लोगों ने कोई एक्शन नहीं लिया? नहीं सर नहीं कोई एक्शन नहीं लिया, वैसे ही झिड़क के गए हैं, पर मैंने सोचा नहीं वो मार के गए उन्होंने रात को ही। ਭਰਾ ਚੁੱਪ ਕਿਉਂ ਸੀ ਤੁਹਾਡਾ? ਉਹਨੇ ਆਵਾਜ਼ उसके अंदर इतना आवाज नहीं अंदर ही बा कुंडा ला, हाँ जी कुंडा ला के अंदर ही बा करके बाहर तो खबर आने नहीं दी कोई बात हर चीत। टाइम मतलब हाँ कोई जी। गलबात तो क्या कभी आप लोगों को लगा था कि जो मतलब बहू है आपके भाई की कि इतना बड़ा कदम उठा सकती है? तो सर शुरू से ही ऐसे ही गलत चलती आई है, वो जब भी देखते थे क्लेश ही करते थे सर। एक बात भी निकल कर आ रही है, जो आपकी माता जी की मौत हुई थी तो कहीं ना कहीं उसमें भी हाथ हो हाँ जी हाँ जी, उसमें भी हाथ बोल रहे हैं सारे, देखे हैं सर, ठीक है मंत्र बोल लेते आप रिक्वेस्ट करेंगे कि उसका भी मामले को भी सर। उठाएं? हाँ जी कोई ऐसे करेंगे पुलिस से ही, हाँ जी कुछ इंसाफ मिले हमारे को ही। मंत्र करने वाले हैं उनको सजा मिलनी चाहिए, किसी के बच्चे को मार देना। ਸਖਤ ਤੋਂ ਸਖਤ ਕਿਸ ਸਜ਼ਾ ਦੀ ਉਮੀਦ ਕਰ ਰਹੇ ਹੋ? हाँ जी हाँ जी सर फांसी हो जाए सर इस बार को इसी तो चलो कुछ जो जैसे मारा गया है। ऑर्डर है उसके हिसाब से होएगा। चलिए देखिएगा परिवार का ਤਾਂ ਬਿਲਕੁਲ ਪਰਿਵਾਰ ਇਸ ਵੇਲੇ ਬਹੁਤ ਜ਼ਿਆਦਾ ਗਮਜ਼ਦਾ ਹੈ, ਕਿਉਂਕਿ ਪਰਿਵਾਰ ਦਾ ਇੱਕ ਨੌਜਵਾਨ ਜੋ ਕਿ ਕਮਾਊ ਪੁੱਤ ਸੀ ਮਾਪਿਆਂ ਦਾ ਔਰ ਮਿਹਨਤਕਸ਼ ਸੀ, ਮਿਹਨਤ ਕਰਕੇ ਰੋਟੀ ਕਮਾਉਂਦਾ ਸੀ, ਉਹ ਛੱਡ ਕੇ ਗਿਆ ਹੈ ਪਰਿਵਾਰ ਨੂੰ। ਔਰ ਪਿੰਡ ਵਾਲਿਆਂ ਦਾ ਕਹਿਣਾ ਕਿ ਬਹੁਤ ਹੀ ਸ਼ਰੀਫ ਸੀ ਤੇ ਕਿਤੇ ਨਾ ਕਿਤੇ ਉਸ ਦੀ ਸ਼ਰਾਫਤ ਦਾ ਉਸ ਨੂੰ ਖਾਮਿਆਜ਼ਾ ਭੁਗਤਣਾ ਪਿਆ, ਜਿਸ ਤੋਂ ਬਾਅਦ ਕਿਉਂਕਿ ਜਦੋਂ ਉਹਦੀ ਮਾਰ ਕੁੱਟ ਹੁੰਦੀ ਹੈ ਉਦੋਂ ਵੀ ਉਹ ਕੁਝ ਨਹੀਂ ਬੋਲਦਾ, ਉਹਦੀ ਜੋ ਪਤਨੀ ਹੈ ਉਹਦੇ ਨਾਲ ਬੁਰਾ ਸਲੂਕ ਕਰਦੀ ਹੈ, ਉਹ ਉਦੋਂ ਵੀ ਕੁਝ ਨਹੀਂ ਬੋਲਦਾ। ਪਰ ਇਸ ਸਭ ਦੇ ਬਾਵਜੂਦ ਜਦੋਂ ਉਹ ਚੁੱਪ ਹੀ ਰਿਹਾ ਤਾਂ ਸ਼ਾਇਦ ਕਿਤੇ ਨਾ ਕਿਤੇ ਉਸ ਦੀ ਪਤਨੀ ਨੂੰ ਸ਼ਹਿ ਮਿਲੀ, ਜਿਸ ਤੋਂ ਬਾਅਦ ਉਸ ਨੇ ਇਹ ਭਿਆਨਕ ਕਦਮ ਚੱਕਿਆ, ਉਸ ਨੇ ਇਹ ਸਭ ਪਲਾਨ ਕੀਤਾ ਔਰ ਸਾਰਾ ਕੁਝ ਕਰਨ ਤੋਂ ਬਾਅਦ ਉਸ ਨੇ ਪਰਿਵਾਰ ਨੂੰ ਫੋਨ ਕੀਤਾ ਕਿ ਉਹ ਜੋ ਨੌਜਵਾਨ ਸੀ ਉਸ ਦਾ ਪੈਰ ਫਿਸਲ ਗਿਆ ਹੈ ਤੇ ਉਹ ਨਹਿਰ ਦੇ ਵਿੱਚ ਡਿੱਗ ਗਿਆ ਹੈ। ਤਾਂ 19 ਤਰੀਕ ਦੀ ਘਟਨਾ ਤੋਂ ਬਾਅਦ ਅੱਜ ਜਾ ਕੇ ਕਿਤੇ ਪਰਿਵਾਰ ਨੂੰ ਉਸ ਦੀ ਮ੍ਰਿਤਕ ਦੇਹ ਮਿਲੀ ਹੈ, ਜਿਸ ਤੋਂ ਬਾਅਦ ਪੋਸਟਮਾਰਟਮ ਤੋਂ ਬਾਅਦ
ਹੁਣ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਹੈ। ਉਸ ਦੇ ਪਰਿਵਾਰ ਦੇ ਵਿੱਚ ਹੁਣ ਉਸ ਦੇ ਪਿਤਾ, ਉਸ ਦੇ ਭਰਾ ਦੀ ਪਤਨੀ ਤੇ ਉਸ ਦਾ ਇੱਕ 2 ਸਾਲ ਦਾ ਬੱਚਾ ਉਹ ਰਹਿ ਗਏ ਨੇ ਔਰ ਪਰਿਵਾਰ ਦਾ ਇੱਕ ਮੈਂਬਰ ਜ਼ਰੂਰ ਕੱਟਿਆ ਹੈ ਤੇ ਪਿੱਛੇ ਹੁਣ ਪਰਿਵਾਰ ਦਾ ਕੀ ਹੋਏਗਾ। ਉਸ ਦਾ ਜੋ ਬੇਟਾ ਹੈ, ਕਿਉਂਕਿ ਉਸ ਦੀ ਮਾਂ ਤਾਂ ਹੁਣ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ, ਤਾਂ ਉਸ ਦਾ ਪਾਲਣ ਪੋਸ਼ਣ ਕੌਣ ਦੇਖੇਗਾ, ਇਹ ਜ਼ਰੂਰ ਸਵਾਲ ਖੜੇ ਹੁੰਦੇ ਨੇ। ਤੇ ਸਵਾਲ ਇਹ ਵੀ ਖੜੇ ਹੁੰਦੇ ਨੇ ਕਿ ਆਖਰ ਪ੍ਰਸ਼ਾਸਨ ਹੁਣ ਕੀ ਇਸ ਪਰਿਵਾਰ ਨੂੰ ਇਨਸਾਫ ਦੇਗਾ। ਇਹ ਬਹੁਤ ਵੱਡੇ ਸਵਾਲ ਖੜੇ ਹੁੰਦੇ ਨੇ। ਹਾਲਾਂਕਿ ਪਿੰਡ ਵਾਸੀਆਂ ਦਾ ਵਿਸ਼ਵਾਸ ਹੈ ਕਿ ਉਹਨਾਂ ਨੂੰ ਜ਼ਰੂਰ ਇਨਸਾਫ ਮਿਲੇਗਾ। ਇਨਸਾਫ ਦੀ ਉਮੀਦ ਉਹ ਲਗਾ ਰਹੇ ਨੇ ਪ੍ਰਸ਼ਾਸਨ ਤੋਂ, ਤਾਂ ਇਨਸਾਫ ਦੀ ਉਡੀਕ ਕੀਤੀ ਜਾ ਰਹੀ ਹੈ ਔਰ ਸਖਤ ਤੋਂ ਸਖਤ ਸਜ਼ਾ ਦੀ ਮੰਗ ਪਰਿਵਾਰ ਕਰ ਰਿਹਾ ਹੈ ਕਿ ਇਸ ਜੋ ਗੁਨਾਹ ਕੀਤਾ ਗਿਆ ਹੈ, ਇਸ ਗੁਨਾਹ ਦੀ ਸਖਤ ਤੋਂ ਸਖਤ ਸਜ਼ਾ ਦੋਸ਼ੀਆਂ ਨੂੰ ਮਿਲੇ। ਭਾਣਜਾ ਤਾਂ ਮੇਰਾ ਗੁਰਦੀਪ ਜੋ ਦੀ ਪਤਨੀ ਨੇ ਕੀਤਾ, ਤੁਹਾਨੂੰ ਪਤਾ ਸੀ ਵੀ ਇਦਾਂ ਹੋ ਸਕਦਾ ਹੈ? पता सानू तो जी वो 4-5 दिन पहला कुट के गए थे घर मां उनके ताए चाचे। क्यों कीता जी उन्हें? तो कोई ਤੁਹਾਨੂੰ ਪਤਾ ਹੋਵੇ ਕੁਝ? वो अपने जिजे गेलो लग रही थी, उसके पीछा मेरा भांजा बोलता था, वह फोन कर दी थी, फोन मनु बाता करदा पड़दा था। ओए मेरा पुत कर्मा क्लेश करदा था, ये उसके माँ बाप रोज मरण आ जाते थे, सानू तो कुछ भी ना पता लग्या। हाय ਭੈਣੇ ਜਦੋਂ ਮਾਰਿਆ ਕੁੱਟਿਆ ਤੁਹਾਨੂੰ ਪਤਾ ਸੀ? ना जी मानू नहीं कुछ भी पता है इस बात के बारे में। ਤੁਹਾਨੂੰ ਦੱਸਿਆ ਨਹੀਂ ਗੁਰਦੀਪ? ना जी बोलणों नहीं देती जी मारे गए तो उसनू बोलन नहीं देती, बहू मारे गए उसनू ਗੁਰਦੀਪ ਬੋਲਦਾ ਨਹੀਂ ਸੀ ਤੁਹਾਡੇ जी ਨਾਲ? मारे गए बोलन नहीं देती, बहू बोलन नहीं देती। जिस दिन का उसका ब्याह होया था वो मारे गए कदी नहीं बोलिया है। ਹੁਣ ਜਦੋਂ ਉਹਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ, ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ, ਪੁਲਿਸ ਤੋਂ? ਕੀ जी यूं कहा जी उसनू फांसी होनी चाहिए बस, सारे बच्चे उसनू फांसी होनी चाहिए। जिस तरह मेरा पूरा परिवार अपने भाई वास्ते हम तड़फ रहे ना, उसनू फांसी होनी चाहिए बस। उसका भी पूरा परिवार इस तरह तड़फा जरीगा, उसनू फांसी होनी चाहिए। जिस तरह माने अपना भाई तोरिया, वो कहे माँ बाप भी इतनी तोरा उसनू, हम भी इतनी तड़फा। ਉਹ ਵੀ ਜੇ ਤੁਹਾਨੂੰ ਪਤਾ ਹੁੰਦਾ ਕਿ ਉਹ ਆ ਕੁਝ ਕਰਦੀ ਹੈ, ਤੁਸੀਂ ਬਹਿ ਕੇ ਗੱਲ ਨਿਬੇੜ ਨਾ ਦਿੰਦੇ? तो जी निबेड़ दे हम तो यूं कहते जे नहीं उसनू रहना तो उसकी गल वो तलाक ले लेंदी, छोड़ कर चल जाती। हम अपने भाई का होर किधर ही कर देंगे। भतीजा तो ना हमारा रुलदा, हमारा भतीजा भी गलियां में रुलदा फिरेगा, उसकी वजह से छोकरा मर गया हमारा, अपने नू लेगा तो बैठ जाता। इब हम तो जी यूं ही कहा जी बस कह रही उसकी मां नु मुंडे नु भी ਵਿੱਚੋਂ ਹੀ घेर देना था, मुंडे नु भी नहर में घेर देना था। ਬੱਚੇ ਨੇ ਦੱਸਿਆ ਆ ਕੇ ਵੀ ਕੀ ਕੁਝ तो कहा भी मेरी मम्मी ने, मेरी नानी ने, चाची ने कहा इस तरह धक्का दे दिया उन्हें। चाची कहा ना अपनी नानी नु भी, हाँ एको बारी कहा बस, कहा न्यू घेर दिया गड़म दे के छोटा सा बच्चा, उन्होंने क्या पता छोटे से बच्चे नु। ਹੁਣ ਬੱਚੇ ਨੂੰ ਕੌਣ ਸੰਭਾਲੂਗਾ ਜੀ? बस बच्चे नु संभालेंगे जी। संभालेंगे। दादा है या जी हल्ली परिवार उसका पूरा है यार, उसका पूरा परिवार है या जी। बच्चे नु तो नहीं रुलन देंदे हैं, पर बाकी उसने तो रोल दिया ना जी। मारा छोकरा जूंदा हुंदा अपने नु जिस तरह मर्जी लेकर बैठदा अपने घर के बीच में। दादी की भी डेथ हो गई, उसी ने ही करी है। उसकी दादी ਮੰਨੀ ਹੈ ਜੀ? ਕਦੇ ਮੰਨੀ ਹੈ? मन्नी तो नहीं है जी, इस बात नहीं यूं मन्नी नहीं है जी। यो तो जी उसके दिमाग ने नहीं काम करा, नहीं हमारा भतीजा भी मारे ते चले जांदा। उसने अपने मुंह ते कहा, हमारे सामने कह रही उसकी सस ने छोकरे की कहा इसनु भी नहर में घेर दंदी मुंडे नु, छोटे से नु। ਤਾਂ ਬਿਲਕੁਲ ਇੱਕ ਬੇहद ਦਰਦਨਾਕ ਹਾਦਸਾ ਵਾਪਰਿਆ ਹੈ ਤੇ ਇਹਨਾਂ ਭੈਣਾਂ ਨੇ ਆਪਣਾ ਭਰਾ ਖੋਇਆ ਏ ਤੇ ਇੱਕ ਨੌਜਵਾਨ ਪੁੱਤ ਖੋਇਆ ਏ ਇਹਨਾਂ ਮਾਵਾਂ ਨੇ, ਤੇ ਹੁਣ ਇੱਕ ਛੋਟਾ ਬੱਚਾ ਜਿਸਨੇ ਕਿ ਆਪਣੇ ਪਿਤਾ ਨੂੰ ਵੀ ਖੋਇਆ ਹੈ ਤੇ ਆਪਣੀ ਮਾਂ ਨੂੰ ਵੀ ਖੋ ਦਿੱਤਾ ਹੈ। ਹੁਣ ਸਵਾਲ ਇਹ ਹੈ ਕਿ ਉਸ ਨੂੰ ਕੌਣ ਸੰਭਾਲੇਗਾ। ਹਾਲਾਂਕਿ ਪਰਿਵਾਰ ਵੱਡਾ ਹੈ, ਪਰਿਵਾਰ ਵਾਲੇ ਕਹਿ ਵੀ ਰਹੇ ਨੇ ਕਿ ਅਸੀਂ ਉਸ ਨੂੰ ਸਾਂਭਾਂਗੇ, ਪਰ ਸਭ ਤੋਂ ਪਹਿਲਾਂ ਜੋ ਤਰਜੀਹ ਹੋਵੇਗੀ ਉਹ ਇਨਸਾਫ ਨੂੰ ਹੋਵੇਗੀ ਕਿ ਉਹਨਾਂ ਦੇ ਭਰਾ ਦਾ ਜੋ ਕਤਲ ਕੀਤਾ ਗਿਆ ਹੈ ਉਸ ਦਾ ਇਨਸਾਫ ਇਹਨਾਂ ਨੂੰ ਕਾਨੂੰਨ ਤੋਂ ਮਿਲੇ। ਕੈਮਰਾਮੈਨ ਸ਼ਿਵਾਂਸ਼ ਦੇ ਨਾਲ ਮੈਂ ਪ੍ਰਦੀਪ ਧੀਮਾਨ, ਵੌਇਸ ਆਫ ਪੰਜਾਬ ਟੀਵੀ ਲਈ ਡੇਰਾਬੱਸੀ ਤੋਂ।